ब्रॉडवे ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਰਜੀਤ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ। ਕੋਸ਼ਿਸ਼ ਹੁੰਦੀ ਹੈ ਲੇਟੈਸਟ ਇਨਫੋਰਮੇਸ਼ਨ, ਅਪਡੇਟਡ ਇਨਫੋਰਮੇਸ਼ਨ ਦੇ ਨਾਲ ਜਾਂ ਇੰਪੋਰਟੈਂਟ ਜਾਣਕਾਰੀਆਂ ਦੇ ਨਾਲ ਤੁਹਾਨੂੰ ਹਮੇਸ਼ਾ ਜੋੜ ਕੇ ਰੱਖਿਆ ਜਾਵੇ। ਸੋ ਐਸੇ ਲੜੀ ਦੇ ਵਿੱਚ ਲਗਾਤਾਰ ਕੁਝ ਨਾ ਕੁਝ ਅਪਡੇਟਸ ਮੈਂ ਜ਼ਰੂਰ ਕਰਦਾ ਰਹਿਣਾ। ਸੋ ਅੱਜ ਦਾ ਜਿਹੜਾ ਸ਼ੋਅ ਹੈ ਮੇਨ, ਜਿਹਦੇ 'ਤੇ ਆਪਣੀ ਗੱਲਬਾਤ ਰਹੂਗੀ, ਮੇਰੀ ਹੁਣ ਕੋਸ਼ਿਸ਼ ਹੈ ਤੁਹਾਨੂੰ ਇੰਸਟੀਟਿਊਟਸ ਦੇ ਨਾਲ ਚੰਗੇ ਤਰੀਕੇ ਨਾਲ ਵਾਕਫ ਕਰਾਉਣਾ, ਯੂਨੀਵਰਸਿਟੀਜ਼ ਦੇ ਨਾਲ, ਅਲੱਗ-ਅਲੱਗ ਕਾਲਜਿਸ ਦੇ ਨਾਲ, ਖਾਸ ਕਰਕੇ ਜਿੱਥੇ ਜ਼ਿਆਦਾਤਰ ਬੱਚਾ ਜਾਂਦਾ ਹੈ ਜਾਂ ਉਹ ਲੋਕੇਸ਼ਨ ਜਿਨ੍ਹਾਂ ਨੂੰ ਤੁਸੀਂ ਜ਼ਿਆਦਾਤਰ ਪ੍ਰੈਫਰ ਕਰ ਸਕਦੇ ਹੋ ਔਰ ਜਿਹੜੀਆਂ ਤੁਹਾਡੇ ਵੱਡੇ ਫਾਇਦੇ ਵਿੱਚ ਹੋ ਸਕਦੀਆਂ ਨੇ। ਸੋ ਐਸੇ ਕੜੀ ਦੇ ਵਿੱਚ ਸਟਾਰਟ ਕਰਦੇ ਹੋਏ ਆਪਾਂ ਅੱਜ ਗੱਲ ਕਰਾਂਗੇ ਹਡਰਸਫੀਲਡ ਯੂਨੀਵਰਸਿਟੀ UK। ਹਡਰਸਫੀਲਡ ਯੂਨੀਵਰਸਿਟੀ UK। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਦੀ ਲੋਕੇਸ਼ਨ ਸਮਝਾ ਦਿੰਦਾ ਹੈ ਕਿੱਥੇ ਹੈ। ਇਟ ਇਜ਼ ਇਨ ਸੈਂਟਰ ਆਫ ਇੰਗਲੈਂਡ, ਮਤਲਬ ਅਗਰ ਨਾਰਥ ਤੋਂ ਸਾਊਥ ਤੱਕ ਆਪਾਂ ਗਿਣਦੇ ਹਾਂ ਤਾਂ ਉਹਦੇ ਅੱਧ ਜੇ 'ਚ ਮੈਨਚੈਸਟਰ ਦੇ ਲਾਗੇ ਹੈ ਸ਼ਹਿਰ ਹੈ। ਕੰਪੈਰੇਟਿਵਲੀ ਆਪਾਂ ਕਹਿ ਲਈਏ ਮੈਨਚੈਸਟਰ ਤੋਂ 30 ਮਿੰਟਸ, ਬ੍ਰੈਡਫੋਰਡ ਤੋਂ 30 ਮਿੰਟਸ ਔਰ ਲੀਡਸ ਤੋਂ ਵੀ ਅਰਾਊਂਡ 20 to 30 ਮਿੰਟਸ ਦਾ ਰਸਤਾ ਹੈ। ਸੋ ਇਹਦੇ ਲਾਗੇ 3 ਵੱਡੇ ਸ਼ਹਿਰ ਨੇ, ਬ੍ਰੈਡਫੋਰਡ, ਮੈਨਚੈਸਟਰ ਐਂਡ ਲੀਡਸ। और हडर्सफील्ड एक टाउन है, बहुत खूबसूरत शहर है, फुली डिवेलप्ड, इट्स लाइक अ नॉर्मल सिटी। ਹੁਣ ਮੈਂ ਇਹਨੂੰ ਕਿਉਂ ਪ੍ਰੈਫਰ ਕਰ ਰਿਹਾ, ਮੈਂ ਮੈਨਚੈਸਟਰ ਦੀ ਯੂਨੀਵਰਸਿਟੀ ਕਿਉਂ ਨਹੀਂ ਕੋਈ ਦੱਸ ਰਿਹਾ ਜਾਂ ਮੈਂ ਲੀਡਸ ਦੀ ਕੋਈ ਯੂਨੀਵਰਸਿਟੀ ਤੁਹਾਨੂੰ ਕਿਉਂ ਨਹੀਂ ਦੱਸ ਰਿਹਾ। ਰੀਜ਼ਨ ਆ ਹੁੰਦਾ ਥੋੜ੍ਹਾ ਜਿਹਾ ਇਸ ਚੀਜ਼ ਨੂੰ ਤੁਹਾਨੂੰ ਸਮਝਣਾ ਪਊਗਾ ਅਗਰ ਆਪਾਂ UK ਜਾ ਕੇ ਪੜ੍ਹਨ ਦੀ ਸੋਚਦੇ ਹਾਂ ਕਿ ਕਾਸਟ ਜਿਹੜੀ ਹੁੰਦੀ ਨਾ ਪੜ੍ਹਾਈ ਦੇ ਉੱਤੇ ਉਹ ਬਹੁਤ ਮੈਟਰ ਕਰਦੀ ਹੈ। ਜਦੋਂ ਆਪਾਂ ਕੈਨੇਡਾ ਨਾਲ ਕੰਪੇਅਰ ਕਰਾਂਗੇ ਤਾਂ ਕੈਨੇਡਾ 'ਚ 90% ਜਿਹੜਾ ਸਟੂਡੈਂਟ ਹੈ ਜਾਂ 100% ਜਿਹੜਾ ਸਟੂਡੈਂਟ ਹੈ ਉਹ ਕਾਲਜਾਂ 'ਚ ਜਾਂਦਾ ਹੈ। ਕਾਲਜਾਂ ਦਾ ਫੀਸ ਸਟਰਕਚਰ ਬਹੁਤ ਘੱਟ ਹੁੰਦਾ ਹੈ, ਬਟ ਜਦੋਂ ਆਪਾਂ ਯੂਨੀਵਰਸਿਟੀ ਆਪਟ ਕਰਦੇ ਹਾਂ, ਚਾਹੇ ਆਪਾਂ ਕੈਨੇਡਾ ਦੇ ਵਿੱਚ ਆਪਟ ਕਰੀਏ ਚਾਹੇ UK 'ਚ ਆਪਟ ਕਰੀਏ, ਤਾਂ ਉਹਨਾਂ ਦਾ ਫੀਸ ਸਟਰਕਚਰ ਜਿਹੜਾ ਕਾਲਜਿਸ ਦੇ ਕੰਪੈਰੇਟਿਵਲੀ ਜ਼ਿਆਦਾ ਹੁੰਦਾ। ਸੋ ਹਡਰਸਫੀਲਡ ਹੋਵੇ ਜਾਂ ਕੋਈ ਵੀ ਹੋਰ ਯੂਨੀਵਰਸਿਟੀ ਹੋਵੇ, ਫੀਸ ਸਟਰਕਚਰ ਹਮੇਸ਼ਾ ਕਾਲਜਿਸ ਦੇ ਮੁਕਾਬਲੇ ਬਹੁਤ ਜ਼ਿਆਦਾ ਰਹਿਣਗੇ। ਔਰ UK 'ਚ ਆਪਾਂ ਸਿਰਫ ਅੱਜ ਦੀ ਡੇਟ 'ਚ ਯੂਨੀਵਰਸਿਟੀਆਂ 'ਚ ਜਾ ਸਕਦੇ ਹਾਂ, ਕਾਲਜਾਂ 'ਚ ਨਹੀਂ। ਸੋ ਉਹਦੇ ਵਿੱਚੋਂ ਮੈਂ ਹਡਰਸਫੀਲਡ ਨੂੰ ਕਿਉਂ ਪਿਕ ਕਰ ਰਿਹਾ? ਹਡਰਸਫੀਲਡ ਨੂੰ ਇਸ ਲਈ ਪਿਕ ਕਰ ਰਿਹਾ ਕਿ ਇੱਕ ਛੋਟਾ ਟਾਊਨ ਹੋਣ ਦੇ ਨਾਤੇ ਤੁਹਾਡੀ ਜਿਹੜੀ ਲਿਵਿੰਗ ਕਾਸਟ ਹੈ, ਜਿਹੜਾ ਪੜ੍ਹਾਈ ਦੇ ਦੌਰਾਨ ਰਹਿਣ ਦਾ ਖਰਚਾ ਹੈ, ਉਹ ਬਹੁਤ ਲਿਮਿਟਿਡ ਰਹੂਗਾ। ਇਹਦੇ ਅਗੇਂਸਟ ਅਗਰ ਤੁਸੀਂ ਕੋਈ ਵੀ ਵੱਡਾ ਸ਼ਹਿਰ ਚੁਣਦੇ ਹੋ ਜਿੱਥੇ ਕਿ ਆਪਣਾ ਜ਼ਿਆਦਾਤਰ ਪੰਜਾਬੀਆਂ ਦਾ ਰੁਝਾਨ ਹੁੰਦਾ ਹੈ, ਚਾਹੇ ਉਹ ਲੰਡਨ ਹੋਵੇ, ਚਾਹੇ ਬਰਮਿੰਗਮ ਹੋਵੇ, ਮਾਨਚੈਸਟਰ ਹੋਵੇ, ਲੀਡਸ ਹੋਵੇ, ਸੋ ਉੱਥੇ ਜਿਹੜੀ ਤੁਹਾਡੀ ਲਿਵਿੰਗ ਕਾਸਟ ਹੈ ਉਹ ਕਾਫੀ ਵੱਧ ਜਾਂਦੀ ਹੈ। ਇਹਦੇ ਵਿੱਚ ਡੈਫੀਨੇਟਲੀ ਮਾਸਟਰਸ ਵਾਲੇ ਬੱਚੇ ਨੂੰ ਸ਼ਾਇਦ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਦੀ ਪੜ੍ਹਾਈ 1 ਸਾਲ ਦੀ ਹੈ ਔਰ ਉਸ ਤੋਂ ਬਾਅਦ ਉਹਨੇ ਆਪਣੀ ਰੈਗੂਲਰ ਅਰਨਿੰਗ ਕਰਨੀ ਹੁੰਦੀ ਹੈ। ਸੋ ਜਿਹੜੇ ਬੱਚੇ ਨੇ ਤੇ ਮਾਸਟਰਸ ਪ੍ਰੋਗਰਾਮ ਲੈਣਾ ਹੁੰਦਾ ਜਾਂ ਮਾਸਟਰਸ ਕਰਨੀ ਹੁੰਦੀ, ਉਹਦੀ ਪੜ੍ਹਾਈ ਨਾਰਮਲੀ 1 ਸਾਲ ਦੀ ਹੁੰਦੀ ਹੈ। ਸੋ ਉਹਦੇ ਕਰਕੇ ਉਹਨੂੰ ਕਈ ਵਾਰੀ ਜ਼ਿਆਦਾ ਕਾਸਟ ਨਹੀਂ ਪੈਂਦੀ। ਸੋ ਉਹ ਚਾਹੇ ਲੰਡਨ ਜਾਵੇ, ਬਰਮਿੰਗਮ ਜਾਵੇ, ਮਾਨਚੈਸਟਰ ਜਾਵੇ, ਨਹੀਂ ਫਰਕ ਪੈਂਦਾ। ਬਟ ਜਿਹੜਾ ਅੰਡਰ ਗ੍ਰੈਜੂਏਟ ਬੱਚਾ ਹੈ, +2 ਵਾਲਾ ਜਿਹੜਾ ਸਟੂਡੈਂਟ ਹੈ, ਡੈਫੀਨੇਟਲੀ ਉਹਨੂੰ ਮੇਰੀ ਹਮੇਸ਼ਾ ਪ੍ਰੈਫਰੈਂਸ ਰਹਿੰਦੀ ਹੈ ਕਿ ਉਹ ਸਮਾਲ ਟਾਊਨ ਨੂੰ ਪ੍ਰੈਫਰ ਕਰੇ ਕਿਉਂਕਿ 3 ਸਾਲ ਉਹਨੇ ਪੜ੍ਹਾਈ ਨੂੰ ਖਤਮ ਕਰਨਾ ਹੈ। ਲਿਵਿੰਗ ਜਿਹੜੀ ਇਨਕਮ ਹੈ ਉਹ ਇੰਟਰਨੈਸ਼ਨਲ ਕਹਿ ਰਿਹਾ, ਉਹ ਨੈਸ਼ਨਲੀ ਸੈੱਟ ਹੈ ਕੈਨੇਡਾ UK ਗਵਰਨਮੈਂਟ ਦੀ। ਇੰਨੀ ਇਨਕਮ ਤੁਹਾਨੂੰ ਪਰ ਆਵਰ ਮਿਲਣੀ ਹੈ, ਉਹਦੇ ਉੱਪਰੋਂ ਵੀ ਫਿਰ ਜੌਬ ਦੇ ਹਿਸਾਬ ਨਾਲ ਥੋੜ੍ਹੀ ਬਹੁਤ ਵੇਰੀਏਸ਼ਨ ਹੈ। ਸੋ ਓਵਰਆਲ ਤੁਹਾਡੀ ਇਨਕਮ ਦੇ ਵਿੱਚ ਜ਼ਿਆਦਾ ਫਰਕ ਨਹੀਂ ਪਊਗਾ। ਔਰ ਉੱਪਰੋਂ ਕਿਉਂਕਿ ਬਹੁਤ ਜ਼ਿਆਦਾ ਬੱਚਾ ਸਮਾਲ ਟਾਊਨ 'ਚ ਨਹੀਂ ਜਾਂਦਾ, ਸੋ ਜੌਬ ਦੀ ਅਵੇਲੇਬਿਲਿਟੀ ਕੰਪੈਰੇਟਿਵਲੀ ਸਿਟੀਜ਼ 'ਤੇ ਜ਼ਿਆਦਾ ਰਹਿੰਦੀ ਹੈ ਕਿਉਂਕਿ ਕੰਪੀਟੀਸ਼ਨ ਦਾ ਘੱਟ ਸਾਹਮਣਾ ਰਹਿੰਦਾ। ਸੋ ਓਪਰਚੁਨਿਟੀਜ਼ ਇੱਕੋ ਜਿਹੀਆਂ ਅਵੇਲੇਬਲ ਰਹਿੰਦੀਆਂ ਨੇ ਐਂਡ ਵੈਰੀ ਸਟਰੋਂਗ ਰਹਿੰਦੀਆਂ ਨੇ। ਐਕਚੁਅਲੀ ਜੋ ਮੇਰਾ ਐਕਸਪੀਰੀਅੰਸ ਹੈ, ਬਿਕੋਜ਼ ਮੈਂ ਵੀ ਕੋਵੈਂਟਰੀ 'ਚ ਪੜ੍ਹਿਆ। ਕੋਵੈਂਟਰੀ ਬਰਮਿੰਗਮ ਦੇ ਲਾਗੇ ਇੱਕ ਸਮਾਲ ਟਾਊਨ ਹੈ, ਸੋ ਉਹਦੇ ਬਹੁਤ ਵੱਡੇ ਬੈਨੀਫਿਟ ਹੈ। ਮੈਨਚੈਸਟਰ UK ਦੀ ਇੰਡਸਟਰੀਅਲ ਹੱਬ ਰਹੀ ਹੈ ਕਿਸੇ ਟਾਈਮ ਵਿੱਚ ਐਂਡ ਸਟਿਲ ਇਟ ਇਜ਼, ਐਂਡ ਮਕੈਨੀਕਲ ਸਟੂਡੈਂਟਸ ਲਈ ਤਾਂ ਬਹੁਤ ਵਧੀਆ ਉਹ ਡੈਸਟੀਨੇਸ਼ਨ ਹੈ। ਬਟ ਸਟਿਲ ਜਦੋਂ ਆਪਾਂ ਹਡਰਸਫੀਲਡ 'ਤੇ ਗੱਲ ਕਰ ਰਹੇ ਹਾਂ, ਸੋ ਹਡਰਸਫੀਲਡ ਦੇ ਬਹੁਤ ਬੈਨੀਫਿਟ ਨੇ। ਹੁਣ ਨਾਓ ਉਹਦੇ 'ਚ ਬੈਨੀਫਿਟ ਕੀ ਨੇ ਉਹ ਆਪਾਂ ਨੂੰ ਸਮਝਣਾ ਪਏਗਾ। ਸਭ ਤੋਂ ਵੱਡਾ ਫਾਇਦਾ ਆਇਆ ਕਿ ਇਹ ਵਿਦਆਊਟ ਆਈਲੈਟਸ ਹੈ ਅਤੇ ਵਿਦਆਊਟ ਇੰਟਰਵਿਊ ਹੈ। ਨਾਰਮਲੀ UK ਦੀ ਕਿਸੇ ਵੀ ਯੂਨੀਵਰਸਿਟੀ ਜਦੋਂ ਆਪਾਂ ਐਡਮਿਸ਼ਨ ਲੈਂਦੇ ਹਾਂ ਤਾਂ ਉਹ ਫੀਸ ਟ੍ਰਾਂਸਫਰ ਕਰਨ ਤੋਂ ਬਾਅਦ ਇੰਟਰਵਿਊ ਲੈਂਦੇ ਨੇ, ਫਿਰ ਉਹ ਇੰਟਰਵਿਊ ਕਲੀਅਰ ਹੋਣ ਤੋਂ ਬਾਅਦ ਹੀ ਤੁਹਾਨੂੰ ਕਾਸਟ ਲੈਟਰ ਇਸ਼ੂ ਹੁੰਦਾ। ਬਟ ਹਡਰਸਫੀਲਡ ਦੇ ਵਿੱਚ ਤੁਹਾਨੂੰ ਸਿਰਫ ਆਪਣੀ ਐਡਮਿਸ਼ਨ ਕਰਾਉਣੀ ਹੈ ਔਰ ਉਸ ਤੋਂ ਬਾਅਦ ਫੀਸ ਟ੍ਰਾਂਸਫਰ ਕਰਨੀ ਹੈ। ਕਿਸੇ ਤਰ੍ਹਾਂ ਦਾ ਇੰਟਰਵਿਊ ਯੂਨੀਵਰਸਿਟੀ ਵੱਲੋਂ ਕਿਸੇ ਵੀ ਨਾਰਮਲੀ 99% ਕੋਰਸਿਸ 'ਚ ਨਹੀਂ ਹੁੰਦਾ, ਸਿਰਫ ਇੱਕ ਕੋਰਸ 'ਚ ਹੁੰਦਾ। ਉਹ ਕੋਰਸ ਮੈਂ ਤੁਹਾਨੂੰ ਦੱਸੂਗਾ। ਸੋ ਸਿਰਫ ਉਸ ਕੋਰਸ 'ਚ ਹੋਏਗਾ, ਰੈਸਟ ਆਫ ਆਲ ਦਾ ਕੋਰਸਿਸ ਚਾਹੇ ਉਹ ਅੰਡਰਗ੍ਰੈਡ ਦੇ ਆ, ਮਾਸਟਰਸ ਦੇ ਆ, ਡਜ਼ਨਟ ਮੈਟਰ। ਨਾਓ ਇਹਦੀ ਰਿਕੁਆਇਰਮੈਂਟ ਕੀ ਹੈ ਕਿ ਆਪਾਂ ਵਿਦਆਊਟ ਇੰਟਰਵਿਊ ਇਹਦੇ ਵਿੱਚ ਜਾ ਸਕੀਏ। ਸੋ ਮਿਨੀਮਮ ਰਿਕੁਆਇਰਮੈਂਟ 60% ਓਵਰਆਲ ਹੋਣੇ ਚਾਹੀਦੇ ਆ +2 ਔਰ 55% ਗ੍ਰੈਜੂਏਸ਼ਨ। ਸੋ ਡਿਪੈਂਡ ਹੈ ਤੁਸੀਂ ਮਾਸਟਰਸ ਪ੍ਰੋਗਰਾਮ ਲਈ ਜਾ ਰਹੇ ਹੋ
ਜਾਂ ਅੰਡਰਗ੍ਰੈਡ ਪ੍ਰੋਗਰਾਮ ਲਈ ਜਾ ਰਹੇ ਹੋ। ਔਰ ਜਿਹੜੇ ਪਲੱਸ 2 ਤੋਂ ਬਾਅਦ ਬੱਚੇ ਜਾ ਰਹੇ ਨੇ ਜਾਂ ਮਾਸਟਰਸ ਤੋਂ ਬਾਅਦ ਵੀ ਜਾ ਰਹੇ ਨੇ, ਇੰਗਲਿਸ਼ ਨੂੰ ਲੈ ਕੇ ਉਹਨਾਂ ਦੀ ਇੱਕ ਹੀ ਰਿਕੁਆਇਰਮੈਂਟ ਹੈ, ਦੈਟ ਇਜ਼ 65% ਇਨ ਇੰਗਲਿਸ਼। ਉਹ ਹੋਣੇ ਜ਼ਰੂਰੀ ਹੈ। 65% ਅੰਗਰੇਜ਼ੀ ਦੇ ਵਿੱਚ ਹੋਣੇ ਜ਼ਰੂਰੀ ਹੈ ਪਲੱਸ 2 ਵਾਲੇ ਸਬਜੈਕਟ ਦੇ, ਜਿਹੜਾ ਇੰਗਲਿਸ਼ ਸੀਗਾ। ਸੋ ਅਗਰ ਇਹ ਸਕੋਰ ਤੁਹਾਡੇ ਕੋਲ ਹੈਗਾ ਤਾਂ ਡੈਫੀਨਿਟਲੀ ਜਾ ਸਕਦੇ ਹੋ। ਪ੍ਰੈਜ਼ੈਂਟ ਇਹਦੇ ਵਿੱਚ ਬੈਨੀਫਿਟ ਆਪਾਂ ਨੂੰ ਆ ਹੋਊਗਾ ਕਿ ਅਗਰ ਆਪਾਂ ਅੱਜ ਐਡਮਿਸ਼ਨ ਲੈ ਲੈਂਦੇ ਹਾਂ ਜਿਹਦੀ ਕਿ ਕੋਈ ਕਾਸਟ ਨਹੀਂ ਹੋਣੀ, ਔਰ ਜਦੋਂ ਵੀ ਐਮਬੈਸੀਜ਼ ਨਾਲ ਹੀ ਖੁੱਲ੍ਹਦੀਆਂ ਨੇ ਤਾਂ ਇਹਦੀ ਉਸੇ ਵੇਲੇ ਫੀਸ ਦੇ ਕੇ ਆਪਾਂ ਆਪਣੇ ਕੇਸ ਨੂੰ ਸਟ੍ਰੇਟਵੇ ਪ੍ਰੋਸੀਡ ਕਰ ਸਕਦੇ ਹਾਂ। ਸਾਨੂੰ ਕਿਸੇ ਇੰਟਰਵਿਊ ਦੇ ਲਈ ਕਿਸੇ ਤਰ੍ਹਾਂ ਦਾ ਕੋਈ ਇੰਤਜ਼ਾਰ ਕਰਨ ਦੀ ਲੋੜ ਨਹੀਂ ਪੈਣੀ। ਸੋ ਦੈਟ ਇਜ਼ ਅ ਗੁੱਡ ਸਾਈਨ ਆਫ ਇਟ। ਉਹਦੇ ਉੱਪਰ ਦੀ ਔਨ ਟੌਪ ਇਹ ਯੂਨੀਵਰਸਿਟੀ ਇਸ ਟਾਈਮ ਤੁਹਾਨੂੰ 3 ਲੱਖ ਦਾ ਤਕਰੀਬਨ ਸਕਾਲਰਸ਼ਿਪ ਦੇ ਰਿਹਾ, ਮਤਲਬ 3000 ਪਾਉਂਡ ਦੀ ਤੁਹਾਨੂੰ ਸਕਾਲਰਸ਼ਿਪ ਇਹਦੇ ਵਿੱਚ ਅਵੇਲੇਬਲ ਹੈ, ਜਿਹਦਾ ਕਿ ਤੁਸੀਂ ਕਾਫੀ ਫਾਈਨੈਂਸ਼ੀਅਲੀ ਫਾਇਦਾ ਲੈ ਸਕਦੇ ਹੋ। ਔਰ ਹਰ ਕੋਰਸ ਦੀ ਫੀਸ ਤੁਹਾਡੀ ਤਕਰੀਬਨ ਸਕਾਲਰਸ਼ਿਪ ਤੋਂ ਬਾਅਦ, ਮੈਂ ਬਾਅਦ ਦੀ ਗੱਲ ਕਰ ਰਿਹਾ, ਸਕਾਲਰਸ਼ਿਪ ਮਾਈਨਸ ਕਰਕੇ ਜਿਹੜੀ ਤੁਹਾਡੀ ਫੀਸ ਹੈ ਉਹ ਸਿਰਫ 11000 ਪਾਉਂਡ ਰਹਿ ਜੂਗੀ। ਦਿਸ ਇਜ਼ ਅਨਦਰ ਬੈਨੀਫਿਟ। ਹੁਣ ਇਹ ਯੂਨੀਵਰਸਿਟੀ ਦੇ ਆਪਣੇ ਬਹੁਤ ਬੈਨੀਫਿਟ ਨੇ। ਇੱਕ ਉੱਥੇ ਟੀਚਿੰਗ ਫਰੇਮਵਰਕ ਹੁੰਦਾ ਜਿਹਦੇ ਵਿੱਚ ਇਹ ਯੂਨੀਵਰਸਿਟੀ ਨੂੰ 골ਡਨ ਅਵਾਰਡ ਹੈ। UK ਦੇ ਵਿੱਚ ਇਹ ਯੂਨੀਵਰਸਿਟੀ 20th ਟੌਪ ਰੈਂਕ ਰੱਖਦੀ ਹੈ। ਔਰ ਆਰਕੀਟੈਕਟ ਦਾ ਜਿਹੜਾ ਕੋਰਸ ਹੈ, ਜਿਹੜੇ ਬੱਚੇ ਇੰਟਰਸਟਿਡ ਹੋਣ ਨਾਨ ਮੈਡੀਕਲ ਵਾਲੇ ਜਾਂ ਜਿਨ੍ਹਾਂ ਨੇ ਸਿਵਲ ਇੰਜੀਨੀਅਰਿੰਗਸ ਕੀਤੀਆਂ, ਆਰਕੀਟੈਕਟ ਦੇ ਵਿੱਚ ਇਹ ਯੂਨੀਵਰਸਿਟੀ ਰੈਂਕ ਨੰਬਰ 5 ਰੱਖਦੀ ਹੈ। ਸੋ ਬਹੁਤ ਸਾਰੇ ਬੈਨੀਫਿਟ ਇਸ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਆ, ਜਿਹਦੇ ਵਿੱਚ ਮੈਂ ਤੁਹਾਨੂੰ ਮੋਟੇ-ਮੋਟੇ ਦੱਸਦੇ ਕਿ ਇੰਟਰਵਿਊ ਨੂੰ ਲੈ ਕੇ ਸਾਡੇ ਬੱਚਿਆਂ ਨੂੰ ਬਹੁਤ ਡਰ ਰਹਿੰਦਾ। ਸੋ ਇਹਦੇ 'ਚ ਇੰਟਰਵਿਊ ਕਿਸੇ ਤਰ੍ਹਾਂ ਦਾ ਨਹੀਂ ਹੋਊਗਾ। ਇੱਕ ਕੋਰਸ ਹੋਊਗਾ, ਉਹ ਕੋਰਸ ਹੈਗਾ ਨਰਸਿੰਗ ਦਾ। ਸੋ ਇਹਦੇ 'ਤੇ ਵੀ ਮੈਂ 2 ਮਿੰਟ ਹੋਰ ਜ਼ਰੂਰ ਲੈ ਲੈਂਦਾ ਕਿ ਨਰਸਿੰਗ ਜਿਹੜੇ ਬੱਚਿਆਂ ਨੇ GNM ਇੰਡੀਆ ਕੀਤੀ ਹੈ, ਉਹ ਬੱਚੇ ਸਿੱਧਾ BSc ਟੌਪ ਅਪ, ਇੱਕ ਟੌਪ-ਅਪ ਹੁੰਦਾ, ਮਤਲਬ ਤੁਸੀਂ ਸਿਰਫ 1 ਸਾਲ ਉੱਥੇ ਪੜ੍ਹੋਗੇ GNM ਤੋਂ ਬਾਅਦ, ਔਰ ਤੁਹਾਡੀ ਜਿਹੜੀ ਗ੍ਰੈਜੂਏਸ਼ਨ ਗਿਣੀ ਜਾਊਗੀ ਔਰ BSc ਨਰਸਿੰਗ ਤੁਹਾਨੂੰ ਅਵਾਰਡ ਹੋਊਗੀ। ਔਰ ਉਸ ਤੋਂ ਬਾਅਦ 2 ਸਾਲ ਦਾ ਪੋਸਟ ਸਟੱਡੀ ਵਰਕ ਵੀਜ਼ਾ, ਜੋ ਕਿ ਸਾਰੇ ਕੋਰਸਾਂ 'ਚ ਮਿਲਦਾ, ਉਹ ਤੁਹਾਨੂੰ ਵੀ ਮਿਲੇਗਾ। ਅਗਰ ਤੁਸੀਂ ਆਲਰੇਡੀ BSc ਨਰਸਿੰਗ ਕੀਤੀ ਹੋਈ ਹੈ ਦੈਨ ਤੁਸੀਂ ਮਾਸਟਰਸ ਲਈ ਜਾ ਸਕਦੇ ਹੋ ਸੇਮ ਟ੍ਰੇਡ ਦੇ ਵਿੱਚ। ਜਦੋਂ ਵੀ ਤੁਸੀਂ ਇੱਥੇ ਪਲੱਸ 2 ਅਗਰ ਕੀਤੀ ਹੈ ਮੈਡੀਕਲ ਦੇ ਵਿੱਚ ਤਾਂ ਵੀ ਤੁਸੀਂ BSc ਨਰਸਿੰਗ ਲਈ ਜਾ ਸਕਦੇ ਹੋ ਔਰ ਵਿਦਆਊਟ ਆਇਲਸ ਜਾ ਸਕਦੇ ਹੋ। ਬਟ ਅਗਰ ਵਿਦਆਊਟ ਆਇਲਸ ਆਪਾਂ ਨਰਸਿੰਗ ਫੀਲਡ 'ਚ ਜਾਣਾ ਤੇ ਆਪਾਂ ਨੂੰ ਆਈਲੈਟਸ ਅਗਰ ਨਹੀਂ ਹੈਗਾ ਔਰ ਵਿਦਆਊਟ ਆਇਲਸ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਦੈਨ ਆਪਾਂ ਨੂੰ 70% ਇਨ ਇੰਗਲਿਸ਼ ਚਾਹੀਦੇ ਆ। ਦੂਸਰੇ ਬੱਚਿਆਂ ਨੂੰ ਨਾਰਮਲੀ 65 ਚਾਹੀਦੇ ਆ, ਬਟ ਇਹਨਾਂ ਨੂੰ 70% ਇੰਗਲਿਸ਼ ਚਾਹੀਦੇ ਆ। ਔਰ ਇਸ ਤੋਂ ਇਲਾਵਾ ਇਹਨਾਂ ਦਾ ਇੱਕ ਛੋਟਾ ਜਿਹਾ ਇੰਟਰਵਿਊ ਵੀ ਕੰਡਕਟ ਹੋਏਗਾ, ਬਿਕੋਜ਼ ਇੰਗਲਿਸ਼ ਬਹੁਤ ਮੈਟਰ ਕਰਦੀ ਹੈ ਐਂਡ ਆਪਣੇ ਨਰਸਿੰਗ ਸੈਕਟਰ ਦੇ ਵਿੱਚ। ਸੋ ਡੈਫੀਨਿਟਲੀ ਤੁਹਾਨੂੰ ਇੱਕ ਇੰਟਰਵਿਊ ਦੇ ਥਰੂ ਨਿਕਲਣਾ ਪਊਗਾ, ਜਿਹੜਾ ਕਿ ਨਾਰਮਲੀ ਅਦਰ ਬੱਚਿਆਂ ਨੂੰ ਨਹੀਂ ਨਿਕਲਣਾ ਪੈਂਦਾ, ਕਿਉਂਕਿ ਇਹ ਟ੍ਰੇਡ ਬਹੁਤ ਸੈਂਸਿਟਿਵ ਹੈ। ਔਰ ਨਾ ਸਿਰਫ ਤੁਸੀਂ ਇੱਥੇ ਆਪਣੀ BSc ਜਾਂ ਮਾਸਟਰਸ ਆਫ ਨਰਸਿੰਗ ਕਰੋਗੇ, ਬਟ ਆਲਸੋ ਤੁਸੀਂ ਨਾਲ ਦੀ ਨਾਲ ਰਜਿਸਟਰਡ ਨਰਸ ਆਫ UK ਬਣੋਗੇ। ਸੋ ਕਿਉਂਕਿ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਵੱਖਰਾ ਹੁੰਦਾ ਸੀਗਾ, ਉਹਦਾ ਐਗਜ਼ਾਮ ਵੱਖਰਾ ਹੁੰਦਾ ਸੀ, ਬਟ ਇਹਦੇ ਵਿੱਚ ਉਹ ਸਾਰਾ ਕੁਝ ਇਨਕਲੂਡਡ ਰਹੂਗਾ, ਈਵਨ ਕਾਸਟ ਵੀ ਇਨਕਲੂਡਡ ਰਹੂਗੀ। ਸੋ ਕਿਸੇ ਤਰ੍ਹਾਂ ਦੀ ਕਾਸਟ ਨਹੀਂ ਆਊਗੀ। ਉਸ ਤੋਂ ਬਾਅਦ ਤੁਸੀਂ ਸਟ੍ਰੇਟਵੇ NHS 'ਚ ਜੌਬ ਕਰਨ ਲਈ ਜਾ ਸਕੋਗੇ। ਸੋ ਬਹੁਤ ਸਾਰੇ ਬੈਨੀਫਿਟ ਇਸ ਯੂਨੀਵਰਸਿਟੀ 'ਚ ਜਾਣਦੇ ਹੈਗੇ ਆ। ਜਿਹੜੇ ਵੀ ਦੋਸਤ ਇਹਦੇ 'ਚ ਇੰਟਰਸਟਿਡ ਨੇ, ਅਪਲਾਈ ਕਰਨਾ ਚਾਹੁੰਦੇ ਨੇ, ਪਹਿਲੀ ਮੇਰੀ ਰਾਏ ਰਹੂਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਲੇਟੈਸਟ ਇਨਫੋਰਮੇਸ਼ਨ ਤੁਹਾਡੇ ਤੱਕ ਆਉਂਦੀ ਰਹੇ। ਸੈਕੰਡਲੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਸਾਡੀ ਵੈਬਸਾਈਟ ਤੇ ਜਾ ਕੇ ਆਪਣੀ ਵੀਡੀਓ ਕਾਨਫਰੰਸ ਬੁੱਕ ਕਰ ਸਕਦੇ ਹੋ, ਜਿਹਦੇ ਨਾਲ ਤੁਸੀਂ ਸਾਡੇ ਐਗਜ਼ੈਕਟਿਵਸ ਨਾਲ ਗੱਲ ਕਰਕੇ 1-to-1 ਕਾਉਂਸਲਿੰਗ ਲੈ ਸਕਦੇ ਹੋ ਔਰ ਉਸ ਤੋਂ ਬਾਅਦ ਆਨਲਾਈਨ ਘਰੇ ਬੈਠੇ ਅਪਲਾਈ ਕਰ ਸਕਦੇ ਹੋ। ਬੀ ਸੇਫ। ਥੈਂਕ ਯੂ। ਸਤਿ ਸ਼੍ਰੀ ਅਕਾਲ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।